जाए पुच्छो दुहागणी 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 तुम क्यों रैन विहाए तुम क्यों रैन विहाए जाए पुच्छो दुहागणी जाए पुच्छो दुहागणी तुम क्यों विहाए तुम क्यों विहाए अज न सुती कंत स्यो अज न सुती कंत स्यो अज न सुती कंत स्यो अंग मुड़े मुड़ जाए अंग मुड़े मुड़ जाए जाए पुच्छो दुहागणी जाए पुच्छो दुहागणी तुम क्यों रैन विहाए तुम क्यों रैन विहाए
सारे टोई ना लहे, सारे टोई ना लहे, पेय नहीं था, पेय नहीं था, पेय नहीं था, पिरवातड़ी ना पुछ, पिरवातड़ी न पुछई, तन सुहागण ना, तन सुहागण ना, जाए पुछो दुहागणी, जाए पुछो दुहागणी, तुम क्यों रे भाए, तुम क्यों रैन बिहाए, सारे पेय कंत की, सारे पेय कंत की, सारे पेय कंत की, कंत अगम अथाह, कंत अगम अथाह, नानक सो सुहागणी, नानक सो सुहागणी, जो पावे
परवाह जाए पुछो सुहागणी जाए पुछो सुहागणी तुम क्यों रैन बिहाए तुम क्यों रैन आज न सुती कंत स्यो आज सुती कंत स्यो अंग मुड़े मुड़ जाए अंग मुड़े मुड़ जाए तुम क्यों रैन बिहाए तुम क्यों रैन बिहाए जाए पुछो दुहागणी जाए पुछो दुहागणी तुम क्यों रैन बिहाए तुम क्यों रैन बिहाए तुम क्यों रैन प्यारी साध संगत जी, ਅਸੀਂ ਸਭ ਨੇ ਰਲ ਕੇ ਫਰੀਦ ਜੀ ਦੇ ਲੜੀਵਾਰ ਜਿਹੜੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਕਰੀਬਨ 130 ਸ਼ਲੋਕ ਹਨ, ਜਿਨ੍ਹਾਂ ਵਿੱਚ ਕੁਝ ਸ਼ਲੋਕ ਗੁਰੂ ਸਾਹਿਬ ਦੇ ਵੀ ਹਨ ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਆਖੀਰ ਵਿੱਚ ਇਸ ਪ੍ਰਕਰਣ ਇਸ ਟੌਪਿਕ ਹੇਠਾਂ ਇਹਨਾਂ ਲੜੀਵਾਰ ਸ਼ਲੋਕਾਂ ਨੂੰ ਲਿਖਿਆ ਗਿਆ ਹੈ। ਅਸੀਂ ਇਸ ਨੂੰ ਪਿਛਲੇ 5-6 ਸਾਲਾਂ ਤੋਂ ਬਹੁਤ ਸਹਿਜੇ ਇੱਕ ਸ਼ਲੋਕ ਨੂੰ ਅਗਲੇ ਪਿਛਲੇ ਸ਼ਲੋਕ ਦੇ ਨਾਲ ਰਲਾ ਕੇ ਸਮਝਣ ਦਾ ਯਤਨ ਕਰ ਰਹੇ ਹਾਂ। ਬਾਣੀ ਦੀ ਬਣਤਰ ਦਾ ਬੜਾ ਸੋਹਣਾ ਢੰਗ ਹੈ। ਗੁਰੂ ਪਾਤਸ਼ਾਹ ਅਚਾਨਕ ਨਾਰਥ ਦੀ ਗੱਲ ਕਰਦਿਆਂ ਸਾਊਥ ਦੀ ਗੱਲ ਨਹੀਂ ਸ਼ੁਰੂ ਕਰ ਦਿੰਦੇ ਨੇ। ਇਹ ਜਿਹੜਾ ਢੰਗ ਹੈ, ਇਸ ਢੰਗ ਦੇ ਨਾਲ ਕਿ ਇੱਕ ਸੰਦਰਭ ਵਿੱਚ, ਇੱਕ ਟੌਪਿਕ ਵਿੱਚ, ਇੱਕ ਮਜ਼ਮੂਨ ਉੱਤੇ ਗੱਲ ਕੀਤੀ ਜਾਂਦੀ ਹੈ। ਜੋ ਵੀ ਇਨਸਾਨ ਬਾਣੀ ਖੋਜ ਕੇ ਪੜ੍ਹਨਾ ਚਾਹੁੰਦਾ, ਉਹਨਾਂ ਵਾਸਤੇ ਮੈਂ ਬੇਨਤੀ ਕਰ ਰਿਹਾ। ਵਰਨਾ ਅਸੀਂ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, वरना असी पाठ पढ़े और वेद विचार्यो निवल पोयंगम साधे पंच जना से संग न छुटके आदि कंग उद्बलादे प्यारे इन विद मिलन न जाई मैं किए कर्म ने का हार परियो स्वामी के द्वारा दीजे बुद्ध विवेका। सो सानू सिर्फ पाठ नहीं करना है, पाठ करना है पर सिर्फ पाठ नहीं करना है,
ਸਾਨੂੰ ਕੀਰਤਨ ਸੁਣਨਾ ਤੇ ਕਰਨਾ ਹੈ, ਪਰ ਸਿਰਫ ਆਪਣੇ ਆਪ ਨੂੰ ਇੱਥੇ ਤੱਕ ਰੈਸਟ੍ਰਿਕਟਿਡ ਨਹੀਂ ਰੱਖਣਾ ਕਿ ਮੈਂ ਸਿਰਫ ਕੀਰਤਨ ਸੁਣਨਾ ਹੈ ਬਸ, ਜਾਂ ਕਰਨਾ ਹੈ ਬਸ, ਜਾਂ ਮੈਨੂੰ ਸਿਰਫ ਗੁਰਦੁਆਰੇ ਜਾਣਾ ਹੈ, ਅੰਮ੍ਰਿਤ ਵੇਲੇ ਵੀ ਉੱਠਣਾ ਹੈ, ਇਸ਼ਨਾਨ ਵੀ ਕਰਨਾ ਹੈ, ਪਾਠ ਵੀ ਕਰਨਾ ਹੈ, ਕੀਰਤਨ ਵੀ ਸੁਣਨਾ ਹੈ, ਬਾਣੀ ਵੀ ਸੁਣਨੀ ਹੈ, ਸੰਗਤ ਵੀ ਕਰਨੀ ਹੈ। ਪਰ ਮਨ ਦਾ ਅੰਦਰੋਂ ਇਹ ਏਮ ਹੋਣਾ ਚਾਹੀਦਾ, ਮਨੋਰਥ ਹੋਣਾ ਚਾਹੀਦਾ ਕਿ ਮੈਂ ਬਾਣੀ ਨੂੰ ਸੁਣ ਕੇ, ਸਮਝ ਕੇ, ਵਿਚਾਰ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣਾ ਹੈ। ਜੇ ਮੈਨੂੰ ਬਾਣੀ ਦੀ ਸਮਝ ਹੀ ਨਹੀਂ ਆਈ ਤਾਂ ਮੈਂ ਆਪਣਾ ਜੀਵਨ ਨਹੀਂ ਬਣਾ ਸਕਦਾ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਊਬਰ ਜਾਂ ਓਲਾ ਟੈਕਸੀ ਚੱਲਦੀ ਹੈ, ਜੇ ਉਸ ਦਾ ਡਰਾਈਵਰ ਆਪਣੇ फ़ोन ਉੱਤੇ मैप ਨੂੰ देख के ਤੁਹਾਨੂੰ ਕਹੇ इस मैप के बारे में मेरे को कुछ समझ में नहीं आता, तो ਤੁਹਾਨੂੰ ਕਿੱਥੇ ਪਹੁੰਚਾ ਨਹੀਂ ਸਕਦਾ। ਭਾਵੇਂ ਡਰਾਈਵਰ ਅਨਪੜ੍ਹ ਹੋਵੇ, ਫਿਰ ਵੀ ਉਹ ਆਪਣੇ ਨਕਸ਼ੇ ਨੂੰ ਦੇਖ ਕੇ ਸਮਝਦਾ ਕਿ ਮੈਨੂੰ ਕਿੱਥੇ ਪਹੁੰਚਣਾ ਹੈ। ਅਸੀਂ ਕਈ ਜਾ ਰਹੇ ਹਾਂ ਕਈ ਸਾਲਾਂ ਤੋਂ, ਕਈ ਸਦੀਆਂ ਤੋਂ, ਉਹ ਇਹ ਬਾਣੀ ਬੜੀ ਅਗਮ ਅਥਾਹ ਹੈ, ਸਮਝ ਕੋਈ ਨਹੀਂ ਆਉਂਦੀ। ਇਹ ਅਸੀਂ ਆਪਣੇ ਮਨ ਦੀ ਮਰਜ਼ੀ ਕਰਦੇ ਹਾਂ। ਬਾਣੀ ਬੜੇ ਆਰਾਮ ਨਾਲ ਸਮਝ ਆਉਂਦੀ ਹੈ। ਕਾਸ਼ ਅਸੀਂ ਬਾਣੀ ਨੂੰ ਸਹਿਜੇ ਸਹਿਜੇ ਉਹਦੇ ਅੰਦਰੋਂ ਸਮਝਣ ਦਾ ਯਤਨ ਕਰੀਏ। ਇਸ ਕਰਕੇ ਸਾਡੇ ਪ੍ਰੋਗਰਾਮ ਵਿੱਚ ਸਾਡੀ ਅੰਦਰੋਂ ਭਾਵਨਾ ਇਹ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਪਿੱਛੇ ਨਹੀਂ ਲਾਣਾ। ਆਪਣੇ ਪਿੱਛੇ ਲਾਉਣ ਵਾਸਤੇ ਕੁੜਤਾ ਪਜਾਮਾ ਪਾਉਣਾ ਪੈਂਦਾ ਹੈ, ਆਪਣੇ ਪਿੱਛੇ ਲਾਉਣ ਵਾਸਤੇ ਗਲੇ 'ਚ ਜੂਰੀਆ ਪਾਉਣਾ ਪੈਂਦਾ ਹੈ, ਆਪਣੇ ਪਿੱਛੇ ਲਾਉਣ ਵਾਸਤੇ ਕੋਈ ਸੰਤਾਗਿਰੀ ਦਾ ਰੂਪ ਬਣਾਉਣਾ ਪੈਂਦਾ ਹੈ, ਆਪਣੇ ਪਿੱਛੇ ਲਾਉਣ ਵਾਸਤੇ ਕੋਈ ਲਕਬ ਸ੍ਰੀ ਮਾਨ 108 ਲਗਾਉਣਾ ਪੈਂਦਾ ਹੈ। ਅਸੀਂ ਤੁਹਾਨੂੰ ਆਪਣੇ ਪਿੱਛੇ ਨਹੀਂ ਲਗਾਉਣ ਆਏ ਹਾਂ। ਬਿਲਕੁਲ ਜਿਸ ਤਰ੍ਹਾਂ ਤੁਸੀਂ ਕੱਪੜੇ ਪਾਉਂਦੇ ਉਸ ਤਰ੍ਹਾਂ ਸਾਦੇ ਕੱਪੜੇ ਪਾਏ ਹੋਏ ਨੇ। ਬੇਨਤੀ ਕਰਨ ਆਇਆ ਕਿ ਤੁਸੀਂ ਆਪਣੇ ਅੰਦਰ ਲਿਲ ਪੈਦਾ ਕਰੋ, ਸ਼ੌਂਕ ਪੈਦਾ ਕਰੋ ਕਿ ਅਸੀਂ ਬਾਣੀ ਆਪ ਖੋਜਣੀ ਹੈ, ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ। ਸੋ ਬਾਣੀ ਖੋਜ ਕੇ ਪੜ੍ਹਨਾ ਹੈ। ਸੋ ਗੁਰੂ ਸਾਹਿਬ ਇੱਕ ਇੱਕ ਮਜ਼ਮੂਨ ਡਿਸਕਸ ਕਰਦੇ ਨੇ। ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਆਦਤ ਪੈਂਦੀ ਜਾਂਦੀ ਹੈ ਕਿ ਇਸ ਟੌਪਿਕ ਦੇ ਅੰਦਰ ਕੀ ਗੱਲ ਕੀਤੀ ਗਈ ਹੈ। ਸਾਨੂੰ ਆਦਤ ਬਣਦੀ ਜਾਂਦੀ ਹੈ, ਸਾਡਾ ਦਿਮਾਗ, ਸਾਡੀ ਸੁਰਤ, ਸਾਡੀ ਬੁੱਧੀ ਉਸੀ ਨੂੰ ਸੁਣ ਸੁਣ ਕੇ ਸਮਝਦੀ ਜਾਂਦੀ ਹੈ। ਸੀਰੀਅਲ ਤੇ ਲੜੀਵਾਰ ਸਾਨੂੰ ਦੇਖਣੇ ਆਉਂਦੇ ਨੇ, ਤਾਂ ਸੀਰੀਅਲ ਜਦੋਂ ਲੜੀਵਾਰ ਦੇਖਦੇ ਹਾਂ ਤਾਂ ਪਤਾ ਲੱਗਦਾ ਕੱਲ ਤੱਕ ਕਹਾਣੀ ਕੀ ਸੀ, ਅੱਗੇ ਕੀ ਹੈ। ਜੇ ਲੜੀਵਾਰ ਸਾਨੂੰ ਨਾ ਸਮਝ ਆਏ, ਕਹਾਣੀ ਸਮਝ ਨਹੀਂ ਆਏਗੀ। ਇਸ ਤਰ੍ਹਾਂ ਲੜੀਵਾਰ ਬਾਣੀ ਬੜੇ ਢੰਗ ਨਾਲ ਉਚਾਰੀ ਗਈ ਹੈ। ਸੋ ਬਾਣੀ ਦੇ ਅੰਦਰ ਜੇਕਰ ਅਸੀਂ ਜਿਹੜੇ ਅੱਖਰ ਵਰਤੇ ਗਏ ਨੇ, ਜੇ ਉਹਨਾਂ ਅੱਖਰਾਂ ਦੇ ਅਰਥ ਅਸੀਂ ਜਾਣਦੇ ਹਾਂ, ਇੱਕ ਸਾਨੂੰ ਭੁਲੇਖਾ ਹੈ ਕਿ ਮੈਂ ਜਾਣਦਾ ਹਾਂ, ਇੱਕ ਹੈ ਬਾਣੀ ਦੇ ਮੁਤਾਬਕ ਜੇ ਉਹ ਵਾਲੇ ਅਰਥ ਅਸੀਂ ਜਾਣਦੇ ਹਾਂ, ਉਹਨਾਂ ਦੇ ਅਰਥ, ਤਾਂ ਅੱਖਰ ਦਾ ਅਰਥ, ਉਸ ਤੋਂ ਬਾਅਦ ਉਸ ਅੱਖਰ ਦਾ ਅਰਥ ਉਸ ਪੰਕਤੀ ਵਿੱਚ ਕਿਸ ਤਰ੍ਹਾਂ ਲੱਗਦਾ ਹੈ, ਇਸ ਤਰ੍ਹਾਂ ਵਿਚਾਰਨਾ। ਇਹਦੇ ਵਾਸਤੇ ਕੋਈ ਗਿਆਨੀ ਜੀ ਬਣਨ ਦੀ ਲੋੜ ਨਹੀਂ ਹੈ, ਕੋਈ ਗਿਆਨ ਇਕੱਠਾ ਕਰਨ ਦੀ ਲੋੜ ਨਹੀਂ ਹੈ। ਹਰ ਸਾਦਾ ਮਨੁੱਖ ਸਮਝ ਸਕਦਾ ਹੈ। ਪਹਿਲਾਂ ਅੱਖਰ ਦੇ ਅਰਥ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿੱਚ, ਕੌਂਟੈਕਸਟ ਵਿੱਚ, ਉਹਨਾਂ ਦੀ ਆਈਡੀਓਲੋਜੀ ਦੇ ਮੁਤਾਬਕ ਸਮਝਣਾ। ਫਰਜ਼ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਇੰਜ ਜੋ ਅਸੀਂ ਜੀ ਰਹੇ ਹਾਂ, ਇਹਨੂੰ ਡਾਕਟਰ ਕਹਿੰਦਾ ਹੈ, ਇਹ ਮਨੁੱਖ ਜਿੰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਇਸ ਨੂੰ ਜਿੰਦਾ ਨਹੀਂ ਸਮਝਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਹੁਣੇ ਗੁਰਬਾਣੀ ਦੀ लैंग्वेज हो गई कि वो इंसान जिंदा है जो सच को लेता है, जो सच को नहीं लेता है वो जिंदा ही नहीं है। अच्छा, ਤੁਹਾਡੀ ਬੋਲੀ ਮੁਤਾਬਕ ਮੈਂ ਮਰਿਆ ਹੋਇਆ ਵਾਂ। ਅੱਛਾ, ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਵਾਰ। ਅੱਛਾ, ਗੁਰੂ ਸਾਹਿਬ ਤੁਹਾਡੀ ਬੋਲੀ ਮੁਤਾਬਕ ਮੈਂ ਪਸ਼ੂ ਢੋਰ ਗਵਾਰ ਹਾਂ, ਮੈਂ ਮਨੁੱਖ ਹੈ ਹੀ ਨਹੀਂ ਹਾਂ। ਇਹਦਾ ਮਤਲਬ ਬਾਣੀ ਦੇ ਆਪਣੇ ਅੱਖਰਾਂ ਦੇ ਅਰਥ ਨੇ, ਉਹ ਅਸੀਂ ਨਹੀਂ ਬਣਾਉਂਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ 'ਚ ਉਸ ਨੂੰ ਲੱਭਦੇ ਹਾਂ,
ਜਦੋਂ ਬਾਣੀ ਕਹਿੰਦੀ ਹੈ ਅੰਨੇ ਸੇ ਨਾ ਆਖੀਆਂ ਜਿਨ ਮੁਖ ਲੋਏ ਨਾਏ, ਅੰਨੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ, ਤਾਂ ਬਾਣੀ ਦਾ ਇਹ ਅਰਥ ਹੁੰਦਾ ਹੈ उनको अंधा नहीं कहते हैं जिनकी ये देखने वाली आँखें नहीं होती हैं। अच्छा, हम तो उसको अंधा बोलते थे। अच्छा, फिर किनू अन्ना बोलते ने? अन्ने से ही नानका खसमों कुत्थे जाएं, जो सच तो गलत रस्ते ते चले जाते ने, सच तो थिड़क जाते ने, गुरबाणी उन्होंने अंधा बोलती है। जो सच ना सुनते ने ना सच बोलते ने, गुरबाणी उन्होंने माया तारी अत अन्ना बोला बोलती है। ਇਹਦਾ ਮਤਲਬ ਬਾਣੀ ਦੇ ਆਪਣੇ ਕੁਝ ਅੱਖਰਾਂ ਦੇ ਅਰਥ ਨੇ, ਅੱਖਰ ਪੁਰਾਣੇ ਹੀ ਨੇ। ਸਾਰੀ ਦੁਨੀਆ ਜਦੋਂ ਰਾਤ ਹੋ ਜਾਂਦੀ ਹੈ, ਜਦੋਂ ਸੂਰਜ ਨਹੀਂ ਸਾਨੂੰ ਨਜ਼ਰ ਆ ਰਿਹਾ, ਇਸ ਨੂੰ ਰਾਤ ਸਮਝਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ प्राणी तू आयो लाहा लैन, लगा कित को फकड़े सब मुकदी चली रैन। रैन का मतलब सारी जिंदगी असी रात समझते सी, जिहड़ी है हनेरे वाली रात है। सो सारी जिंदगी नूं गुरु साहब रैन कहते हैं। इहदा मतलब सानू बाणी नूं खोजना चाहिए है। एक होर पक्ष, हर शब्द दे अंदर लड़ीवार कोई विचार है। पिछले शब्दों के नाल लड़ी विच कोई टॉपिक चल रहा है, सानू कुछ समझाया गया। लेकिन इस तो इलावा जिहड़े छंत ने या वारां ने, उन्हां दी पौड़ी दे अंदर लड़ीवार कोई विचार होंदी है। छंत दी लड़ीवार अपने ढंग दे नाल विचार होंदी है। लेकिन जिहड़े वारां तो इलावा श्लोक ने, वो सारिਆਂ ਨੂੰ ਇਕੱਠਿਆਂ ਬਾਅਦ ਵਿੱਚ ਕੀਤਾ है, उन्हां दी भी एक लड़ी बनी हुई है। अगले पिछले श्लोकां नूं जे लड़ीवार पढ़ के देखो तो उहदे चों भी समझ सुनिया सौखा समझ आंदा जांदा है। बाणी मुश्किल नहीं है, बाणी बहुत आसान है। पर असी लोकां दी सुनदे हां, ऐसे करो तो ऐसे भक्ति होगी, ऐसे करो तो ऐसे भक्ति होगी, ऐसे माला फेरोगे तो ऐसे भक्ति होगी, ऐसे चुप रहोगे तो ऐसे भक्ति होगी, ऐसे खाना नहीं खाओगे तो भक्ति होगी। हुण देखो, रोज़ ही जपजी साहब पढ़ते हैं, गुरु साहब कह रहे हैं ए बाहरों जिहड़े हत्थ पैर धोंदा रहिंदा, सुच पिट करदा रहिंदा, सोचै सोचना होवी जे सोची लख वार। ते तू चुप रहन दे मौन वर्त नूं भक्ति समझदा, चुप है चुप ना होवी जे लाए रहा नहीं उतार। तू भुखे रहन नूं वर्त रखण नूं भक्ति समझदा है, इनू भक्ति नहीं कहते। भुखियां भुख ना उतरी जे बन्ना पुरियां पार। इस तरीके दे नाल बेअंत जिहड़ियां गल्लां तू करदा रहिंदा है, वो सारी मनमुख दी अपनी मन मर्जी दी रीत ढंग भरम भुलेखे दी प्रैक्टिस है। उन्होंने कहते ने मनमुख भगत करे बिन सतगुर। पंक्ति नूं गुरु साहब ने बड़े ढंग नाल उचारिया है, मनमुख भगत करे बिन सतगुर, बिन सतगुर भगत न होई। सतगुर तो पुछे बिना कि सतगुर जी किंज कहते ने, वो पुछे बिना तू जिहड़ी भगती करदा है वो भगती नहीं है। लोकी भगती समझते सन अखां नूट के, चौकड़ा मार के, माला फेरना, जंगल ही चले जाना, टब्बर नूं त्याग देना, अपने कमरे 4-4 6-6 घंटे भौरे च बैठे रहना, उन्होंने भगती समझती सी। सो गुरु साहब अपनी बोली वरतते ने, वेण गुण कीते भगत ना होए। अगर तू रब्बी गुणा नाल नहीं जींदा, डिवाइन क्वालिटीज़ नाल नहीं जींदा, तब मानो भगती नहीं हो रही। तो जे तू रब्बी गुणा नाल जी रहा है ता ये भगती है। तू खड़ा है, तू बैठा है, तू काम कर रहा है, तू ऑफिस है या तू हाउस वाइफ है, तू रोटी पका रही है, पर रब्बी गुणा दा इत्थे काम आएगा। सारे वास्ते भाव नाल पका रही है ना, प्यार नाल पका रही है ना, मगरों लाण वास्ते तो नहीं पका रही ना, बद्दा चट्टी तो नहीं ना पका रही, सिर ते मुसीबत पै गई है इस करके तो नहीं ना पका रही, शौक नाल पका रही है, भाव नाल पका रही है, भक्ति है।
ਦੇਖੋ ਗੁਰੂ ਸਾਹਿਬ ਦੀ ਆਈਡੀਓਲੋਜੀ, ਗੁਰੂ ਸਾਹਿਬ ਦਾ ਢੰਗ, ਭਗਤੀ ਕਰਨ ਦਾ ਢੰਗ, ਕਿ ਉੱਠਦਿਆਂ ਬੈਠਦਿਆਂ ਰੱਬੀ ਗੁਣਾਂ ਦੇ ਢੰਗ ਦੇ ਨਾਲ ਜੀਣਾ ਸ਼ੁਰੂ ਕਰਦੇ, ਇਹ ਭਗਤੀ ਹੈ। ਔਰ ਇਹ ਭਗਤੀ ਦੀ ਮਿਸਾਲ ਸਭ ਤੋਂ ਜ਼ਿਆਦਾ ਘਰ ਵਿੱਚ ਦੇਖਣ ਨੂੰ ਮਿਲਦੀ ਹੈ ਮਾਂ ਵੱਲੋਂ। ਮਾਂ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਮਾਂ ਕਦੇ ਨਹੀਂ ਕਹਿੰਦੀ ਮੈਨੂੰ ਭੁੱਖ ਲੱਗੀ ਹੈ, ਮੈਂ ਪਹਿਲਾਂ ਖਾਣੀ ਹੈ। ਮਾਂ ਕਦੇ ਨਹੀਂ ਇਹ ਦੇਖਦੀ ਕਿ ਵੀ ਜਿੰਨੀ ਸਬਜ਼ੀ ਔਰ ਜਿੰਨੇ ਫੁਲਕੇ ਪਕਾਏ ਨੇ, ਜੇ ਸਾਰੇ ਖਾ ਜਾਣਗੇ ਮੈਂ ਕਿਵੇਂ ਖਾਵਾਂਗੀ। ਉਹ ਕਦੇ ਨਹੀਂ ਸੋਚਦੀ। ਉਹ ਹੋਰ ਕਹਿੰਦੀ ਹੈ ਹੋਰ ਪਕਾਵਾਂ। ਪਰ ਜਿਸ ਨੂੰ ਰੱਬੀ ਗੁਣ ਨਹੀਂ ਆਇਆ ਨਾ, ਉਹ ਪਤਾ ਕੀ ਕਰਦੀ ਹੈ, ਉਹ ਬਸ ਬੰਦ ਕਰ ਦਿਆ ਨਾ, ਮੈਂ ਵੀ ਤੇ ਖਾਣੀ ਹੈ ਨਾ, ਟੀਵੀ ਵੀ ਦੇਖਣਾ ਹੈ ਨਾ, ਮੈਂ ਵੀ ਤੇ ਆਰਾਮ ਕਰਨਾ ਹੈ ਨਾ, ਮੈਂ ਵੀ ਤੇ ਕੋਈ ਇਨਸਾਨ ਹਾਂ ਨਾ, ਮੈਂ ਵੀ ਤੇ ਸਾਰੇ ਦਿਨ ਥੱਕੀ ਹੋਈ ਹਾਂ ਨਾ, ਜਾਂ ਤੁਹਾਡੇ ਵਾਸਤੇ ਖੜੀ ਰਵਾਂ ਚੁੱਲ੍ਹੇ 'ਤੇ। ਇਹ ਬਸ ਭਗਤੀ ਨਹੀਂ ਹੈ। ਰੱਬੀ ਗੁਣ ਭਾਵ ਨਾਲ ਤੁਸੀਂ 2 ਫੁਲਕੇ ਮੰਗੋ, ਮੈਂ ਤੀਜਾ ਬਣਾਉਣ ਨੂੰ ਵੀ ਤਿਆਰ ਹਾਂ। ਮੈਂ ਚਾਹ ਨਾਲ ਹੋਰ ਪੁੱਛਣ ਆਵਾਂਗੀ। ਮਾਂ ਢੰਗ ਹੈ ਰੱਬੀ ਗੁਣ ਦਾ। ਸੋ ਇਹ ਮੈਂ ਆਪ ਜੀ ਨਾਲ ਕੁਝ ਮਿਸਾਲਾਂ ਸਾਂਝ ਕੀਤੀਆਂ ਨੇ ਕਿ ਬਾਣੀ ਦਾ ਆਪਣਾ ਇੱਕ ਢੰਗ ਹੈ, ਬਾਣੀ ਦੇ ਆਪਣੇ ਅਰਥ ਨੇ। ਬਾਹਰੋਂ ਲੋਕਾਂ ਦੇ ਸੁਣੇ ਸੁਣਾਏ ਅਰਥ, ਹਜ਼ਾਰਾਂ ਸਾਲਾਂ ਤੋਂ ਪੁਰਾਣੇ ਪ੍ਰਚਲਿਤ ਅਰਥ ਗੁਰਬਾਣੀ ਦੇ ਨਹੀਂ ਹਨ। ਅੱਖਰ ਦੇਖਣ ਸੁਣਨ ਨੂੰ ਲੱਗਦੇ ਹਨ। ਸੋ ਜਦੋਂ ਅਸੀਂ ਫਰੀਦ ਜੀ ਦੇ ਸ਼ਲੋਕ ਲੜੀਵਾਰ ਪੜ੍ਹਨੇ ਸ਼ੁਰੂ ਕੀਤੇ ਤਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਸਮਝ ਆਈ, ਕਿਉਂਕਿ ਫਰੀਦ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ। ਸ਼ਲੋਕ ਵਾਰਾਂ ਤੇ ਵਧੀਕ ਤੋਂ ਇਲਾਵਾ ਆਖੀਰ ਵਿੱਚ ਸ਼ਲੋਕ ਕਬੀਰ ਜੀ ਕੇ ਦੀ ਲੜੀ ਹੈ। ਇਸ ਤਰ੍ਹਾਂ ਹੀ ਸ਼ਲੋਕ ਸ਼ੇਖ ਫਰੀਦ ਜੀ ਕੇ ਦੀ ਲੜੀ ਹੈ। ਉਹਦੇ ਵਿਚਕਾਰ ਅਸੀਂ ਅੱਜ 30 ਨੰਬਰ ਸ਼ਲੋਕ ਪੜ੍ਹਿਆ ਹੈ। ਅਸੀਂ ਅੱਜ ਤੋਂ 6-8 ਮਹੀਨੇ ਪਹਿਲਾਂ 29 ਸ਼ਲੋਕ ਵਿਚਾਰ ਚੁੱਕੇ ਹਾਂ ਪਿਛਲੇ 5-6 ਸਾਲਾਂ ਵਿੱਚ। ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਜਿੱਥੇ ਵੀ ਪ੍ਰੋਗਰਾਮ ਕਰਦੇ ਆ ਉੱਥੇ ਆ ਜਾਂਦੇ ਨੇ, ਪਰ ਕੁਝ ਲੋਕ ਸੋਚਦੇ ਨੇ ਜੇ ਸਾਡੇ ਮਹੱਲੇ, ਸਾਡੇ ਕਲੋਨੀ 'ਚ ਹੀ ਪ੍ਰੋਗਰਾਮ ਹੋਏਗਾ ਤਾਂ ਹੀ ਅਸੀਂ ਅਟੈਂਡ ਕਰਨ ਆਵਾਂਗੇ, ਤਾਂ ਉਹ ਲੜੀਵਾਰ ਪ੍ਰੋਗਰਾਮ ਨੂੰ ਸੁਣ ਨਹੀਂ ਪਾਉਂਦੇ ਨੇ। ਸੋ ਅਸੀਂ ਥੋੜ੍ਹਾ ਜਿਹਾ ਰੀਕੈਪ ਕਰਕੇ ਚੱਲਦੇ ਹਾਂ ਤਾਂ ਕਿ ਅਸੀਂ ਅੱਜ ਦੇ ਸ਼ਲੋਕ ਤੱਕ ਪਹੁੰਚ ਸਕੀਏ। ਔਰ ਮੈਂ ਬਹੁਤ ਸਹਿਜ ਨਾਲ ਆਪ ਜੀ ਨਾਲ ਸਾਂਝ ਕਰਾਂਗਾ। ਪ੍ਰਬੰਧਕ ਸੱਜਣਾ ਦਾ ਧੰਨਵਾਦੀ ਹਾਂ ਕਿ ਇਹਨਾਂ ਨੇ 2 ਦਿਨ ਦਾ ਸਮਾਂ ਰੱਖਿਆ। ਇਸ ਕਰਕੇ ਮੈਂ 2 ਦਿਨਾਂ 'ਚ ਜੇ ਇੱਕ ਵੀ ਸ਼ਲੋਕ ਨੂੰ ਆਪ ਜੀ ਨਾਲ ਪੂਰਾ ਵਿਚਾਰ ਪਾਵਾਂ ਤਾਂ ਮੈਂ ਸੋਚਾਂਗਾ ਕਿ ਮੈਂ ਆਪਣੀ ਡਿਊਟੀ ਸਿੰਸੀਅਰਲੀ ਨਿਭਾਈ ਹੈ। ਮੈਂ ਛੇਤੀ ਗੱਲਾਂ ਕਰਕੇ ਨਹੀਂ ਜਾਣਾ ਚਾਹੁੰਦਾ। ਮੈਂ ਚਾਹੁੰਦਾ ਕਿ ਬਾਣੀ ਸਾਨੂੰ ਟੁੰਬ ਜਾਏ। ਮੈਂ ਚਾਹੁੰਦਾ ਕਿ ਬਾਣੀ ਸਾਨੂੰ ਸਮਝ ਆ ਸਕੇ ਔਰ ਅਸੀਂ ਆਪਣਾ ਜੀਵਨ ਬਦਲ ਸਕੀਏ। ਸੋ ਅਸੀਂ ਪਿਛਲੇ ਕੁਝ ਸ਼ਲੋਕ ਵਿਚਾਰ ਲੈਂਦੇ ਹਾਂ ਤਾਂ ਕਿ ਅਸੀਂ ਲੜੀਵਾਰ ਅੱਗੇ ਆਵਾਂਗੇ। ਫਰੀਦਾ ਸ਼ੱਕਰਖੰਡ ਨਿਵਾਤ ਗੁੜ 27 ਨੰਬਰ ਸ਼ਲੋਕ ਹੈ। ਅਸੀਂ ਵਿਚਾਰ ਚੁੱਕੇ ਹਾਂ ਸ਼ੱਕਰਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਧ। ਤਾਂ ਅਸੀਂ ਇਸ ਨੂੰ ਵਿਚਾਰਿਆ ਸੀ ਕਿ ਇਹ ਜਿਹੜੇ ਸ਼ੱਕਰ ਹੈ, ਖੰਡ ਹੈ, ਨਿਵਾਤ ਹੈ, ਗੁੜ ਹੈ, ਸ਼ਹਿਦ ਹੈ, ਦੁੱਧ ਹੈ, ਇਹ ਸਾਰੇ ਮਿੱਠੇ ਨੇ। ਸਭੇ ਵਸਤੂ ਮਿੱਠੀਆਂ, ਪਰ ਅਸੀਂ ਇਹਦੇ ਵਿਚਕਾਰ ਇੱਕ ਗੱਲ ਸਾਂਝ ਕੀਤੀ ਸੀ ਕਿ ਜੇ ਇਹ ਸਾਰੀਆਂ ਵਸਤੂ ਮਿੱਠੀਆਂ ਨੇ, ਮੈਂ ਸਾਰੀਆਂ ਖਾਂਦਾ ਵਾਂ, ਸ਼ੱਕਰ ਵੀ ਖਾਂਦਾ, ਗੁੜ ਵੀ ਖਾਂਦਾ, ਸ਼ਹਿਦ ਵੀ ਖਾਂਦਾ, ਪਰ ਇਹ ਕੀ ਹੋ ਗਿਆ ਕਿ ਸਭ ਕੁਝ ਖਾਣ ਤੋਂ ਬਾਅਦ ਮੈਂ ਕੌੜਾ ਬੋਲਦਾ। ਮੇਰੀ ਬੋਲਣ ਦੀ ਕੈਮਿਸਟਰੀ ਚੇਂਜ ਨਹੀਂ ਹੋਈ। ਇਹ ਇਸ ਸ਼ਲੋਕ ਦੇ ਅੰਦਰ ਆਇਰਨੀ ਹੈ। ਬੜੇ ਦੁੱਖ ਦੇ ਨਾਲ ਪੁੱਛਿਆ ਜਾ ਰਿਹਾ ਹੈ ਕਿ ਸਾਰੀਆਂ ਮਿੱਠੀਆਂ ਤੂੰ ਚੀਜ਼ਾਂ ਖਾਣਾ ਹੈ,
ਜੇ ਮੈਂ ਇਹਦੇ ਸਿੰਪਲ ਅਰਥ ਕਰਨਾ, ਉਹ ਸਾਰੀਆਂ ਵਸਤੂਆਂ ਮਿੱਠੀਆਂ ਨੇ ਪਰ ਰੱਬ ਵਰਗਾ ਮਿੱਠਾ ਨਹੀਂ, ਤਾਂ ਨਹੀਂ ਸਮਝ ਆਉਂਦਾ ਕਿ ਮੇਰੇ ਤੇ ਕੀ ਟੁਕਾਇਆ ਗਿਆ ਹੈ। ਸਿੰਪਲੀ ਇਹ ਲਿਖਿਆ ਹੋਇਆ ਹੈ, ਸ਼ੱਕਰ ਖੰਡ ਨਿਵਾਤ ਗੁੜ, ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਸਭੋ ਵਸਤੂ ਅੱਠੀਆਂ, ਪਰ ਰੱਬ ਨੂੰ ਕਿਵੇਂ ਖਾਓ, ਕਿਸੇ ਨੇ ਟੇਸਟ ਹੀ ਨਹੀਂ ਕੀਤਾ ਹੋਇਆ। ਇਸ ਕਰਕੇ ਲੋਕੀ ਆਪਣੇ ਨਾਲ ਰਿਲੇਟ ਹੀ ਨਹੀਂ ਕਰ ਪਾਉਂਦੇ ਨੇ ਕਿ ਇਹ ਸ਼ਲੋਕ ਮੇਰੇ ਤੇ ਕਿਵੇਂ ਢੁੱਕ ਰਿਹਾ। ਰਾਦਰ ਲੋਕੀ ਇਹ ਗੱਲਾਂ ਕਰਨੀਆਂ ਸ਼ੁਰੂ ਕਰਦੇ ਨੇ, ਉਹ ਜੀ ਸ਼ੱਕਰ ਕੀ ਤੇ ਖੰਡ ਕੀ ਤੇ ਨਿਵਾਤ ਕੀ ਤੇ ਗੁੜ ਕੀ ਤੇ ਸ਼ਹਿਦ ਕੀ, ਇਹ ਸਾਰੀਆਂ ਚੀਜ਼ਾਂ ਨਾਲ ਤੇ ਸ਼ੂਗਰ ਵੱਧ ਜਾਂਦੀ ਹੈ, ਮੈਂ ਤੇ ਖਾਂਦਾ ਹੀ ਨਹੀਂ ਹਾਂ। ਲੋਕੀ ਆਪਣੇ ਨਾਲ ਇੰਝ ਢੁਕਾ ਲੈਂਦੇ ਨੇ। ਜਿਸ ਤਰ੍ਹਾਂ ਅਸੀਂ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੈ ਸ਼ਲੋਕ ਸਾਂਝ ਕੀਤਾ ਸੀ, ਤਾਂ ਅਸੀਂ ਉਹਦੇ ਵਿੱਚ ਇਹ ਸਾਂਝ ਕੀਤਾ ਸੀ ਕਿ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਲੋਕੀ ਸਮਝਦੇ ਨੇ ਅਰਥ ਬਸ ਇੱਥੇ ਤੱਕ ਹੀ ਸਮਝਦੇ ਨੇ कि क्या जंगल में ढूंढने जाता है, वसी रब हरियाली है, भगवान तेरे अंदर खुदा बसता है। ਤਾਂ ਅਸੀਂ ਸੋਚਦੇ ਹਾਂ ਅਸੀਂ ਤੇ ਜੰਗਲ ਵਿੱਚ ਨਹੀਂ ਰਹਿੰਦੇ, ਅਸੀਂ ਤੇ ਜੰਗਲ ਵਿੱਚ ਲੱਭਣ ਵੀ ਨਹੀਂ ਜਾਂਦੇ। ਫਿਰ ਸ਼ਲੋਕ ਸਾਡੇ ਵਾਸਤੇ ਨਹੀਂ ਰਿਹਾ। ਪਰ ਹਰ ਸ਼ਬਦ, ਹਰ ਟੌਪਿਕ, ਹਰ ਪੰਕਤੀ 'ਚ ਇਹ ਸੋਚਣਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਵੀ ਦਰਜ ਕੀਤੀ ਗਈ ਹੈ ਨਾ, ਤਾਂ ਮੈਨੂੰ ਕੁਝ ਸਮਝਾਉਣ ਵਾਸਤੇ ਕੀਤੀ ਗਈ ਹੈ, ਕਿਸੇ ਨੂੰ ਸਮਝਾਉਣ ਵਾਸਤੇ ਨਹੀਂ ਕੀਤੀ ਗਈ ਹੈ। ਪਾਸਟ ਵਿੱਚ ਪਿਛਲੇ ਬੀਤੇ ਹੋਏ ਕਿਸੇ ਮਨੁੱਖ ਦੇ ਬਾਰੇ ਨਹੀਂ ਕੀਤੀ ਗਈ ਹੈ, ਮੇਰੇ ਬਾਰੇ ਕੀਤੀ ਗਈ ਹੈ ਗੱਲ, ਉਹ ਲੱਭਣੀ ਪਏਗੀ। ਉਹ ਲੱਭਣਾ ਸਾਡੀ ਮਿਹਨਤ ਹੈ। ਗੁਰੂ ਸਾਹਿਬ ਨੇ ਤੇ ਬਾਣੀ 'ਚ ਦਰਜ ਕਰ ਦਿੱਤੀ ਹੈ। ਸੋ ਇਹਦੇ ਵਿੱਚ ਇਹ ਆਇਰਨੀ ਹੈ ਕਿ ਜੇ ਸਭੇ ਵਸਤੂ ਮਿੱਠੀਆਂ ਨੇ ਤਾਂ ਫਿਰ ਤੂੰ ਕੌੜਾ ਕਿਉਂ ਬੋਲਦਾ ਹੈ। ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਖਾਣ ਦੇ ਨਾਲ ਸਾਡੀ ਜ਼ੁਬਾਨ ਮਿੱਠੀ ਨਹੀਂ ਹੁੰਦੀ। ਮੈਂ ਇਸ ਤਰ੍ਹਾਂ ਕੱਢ ਕੇ ਬੋਲਦਾ, ਇਹ ਵਾਲੀ ਜ਼ੁਬਾਨ ਦੀ ਗੱਲ ਨਹੀਂ ਚੱਲ ਰਹੀ, ਮੇਰੇ ਮਨ ਦੀ ਜ਼ੁਬਾਨ। ਇਸ ਜ਼ੁਬਾਨ ਤੇ ਨਿੰਦਾ, ਇਸ ਜ਼ੁਬਾਨ ਤੇ ਉੱਚੇ ਭੈੜੇ ਬੋਲ, ਇਸ ਜ਼ੁਬਾਨ ਤੇ ਗਾਲਾਂ ਬਾਅਦ ਵਿੱਚ ਆਉਣਗੀਆਂ, ਪਹਿਲਾਂ ਮੇਰੇ ਮਨ ਦੀ ਜ਼ੁਬਾਨ ਬੋਲੇਗੀ। ਜੋ ਜੀਏ ਹੋਏ ਸੋ ਉਗਵੇ, ਮੂੰਹ ਕਾ ਕਿਆ ਵਾਓ। ਇੱਥੋਂ ਤਾਂ ਬਾਅਦ ਵਿੱਚ ਇਸ ਜ਼ੁਬਾਨ ਨੂੰ ਕੋਈ ਅਕਲ ਨਹੀਂ ਹੈ, ਇਸ ਜ਼ੁਬਾਨ ਨੂੰ ਕੁਝ ਸਮਝ ਨਹੀਂ ਹੈ। ਜਦੋਂ ਸ਼ਬਦ ਆਏਗਾ ਨਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਉਹ ਇਸ ਰਸਨਾ ਦੀ ਗੱਲ ਨਹੀਂ ਹੈ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਖੱਟੀਏ, ਤਾਂ ਕਿ ਅਸੀਂ ਜੀਭ ਨੂੰ ਪਕੜ ਪਕੜ ਕੇ ਖੱਟੀਏ, ਇਹਦੀ ਗੱਲ ਨਹੀਂ ਹੈ। ਮਨ ਦੀ ਰਸਨਾ। ਸੋ ਜਦੋਂ ਗੁਰੂ ਪਾਤਸ਼ਾਹ ਇੰਝ ਸਿਖਾਉਂਦੇ ਨੇ, ਇੰਝ ਸਮਝਾਉਂਦੇ ਨੇ, ਤਾਂ ਮਨ ਦੀ ਰਸਨਾ ਬਾਰੇ ਕਹਿੰਦੇ ਨੇ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਅੱਛਾ ਲੈ, ਤੂੰ ਫਿੱਕਾ ਬੋਲਦਾ ਹੈ ਤੇ ਖਾਂਦਾ ਸ਼ੱਕਰ ਖੰਡ ਨਿਵਾਤ ਗੁੜ ਹੈ। ਇੰਝ ਨਾ ਤੂੰ ਰੱਬ ਜੀ ਦੇ ਗੁਣਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਰੱਬ ਨਾ ਪੁੱਜਨ ਤੁਧ, ਰੱਬੀ ਗੁਣ, ਡਿਵਾਈਨ ਕੁਆਲਿਟੀਜ਼ ਤੈਨੂੰ ਨਹੀਂ ਆਉਣਗੀਆਂ। ਸੋ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਿੱਚ ਹੋਏਗਾ। ਜੰਗਲ ਇਸ ਸਰੀਰ ਨੂੰ ਕਹਿੰਦੇ ਨੇ। ਅੱਜ ਕੱਲ੍ਹ ਤੁਸੀਂ ਬਸੰਤ ਦੇ ਸ਼ਬਦ ਸੁਣ ਰਹੇ ਹੋ ਨਾ, ਬਸੰਤ, ਫੂਲੀ ਬਨ ਰਾਏ, ਇਹਨੂੰ ਬਨ ਕਹਿੰਦੇ ਨੇ ਸਾਰੇ ਸਰੀਰ ਨੂੰ, ਇਹਨੂੰ ਜੰਗਲ ਕਹਿੰਦੇ ਨੇ, ਇਹਨੂੰ ਬਨਾਸਪਤੀ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ, ਕਰਮ ਲਿਖਨ ਤੇ ਪਾਈ ਹੈ ਰੁੱਤ ਸੁਆਈ, ਵਰਤਨੀ ਤ੍ਰਿਭਵਨ ਮੋਲਿਆ ਅੰਮ੍ਰਿਤ ਫਲ ਪਾਈ, ਹੈ ਨਾ। ਸੋ ਇਹ ਇੱਕ ਇੱਕ ਰੋਮ ਨੂੰ ਸਾਰੀ ਬਨਾਸਪਤੀ ਬੋਲਦੇ ਨੇ, ਇਹਨੂੰ ਵਣ ਬੋਲਦੇ ਨੇ, ਇਹਨੂੰ ਜੰਗਲ ਬੋਲਦੇ ਨੇ। ਅਤੇ ਜਦੋਂ ਮੈਂ ਇਹਨਾਂ ਦੇ ਸਵਾਦਾਂ 'ਚ ਪੈ ਜਾਵਾਂ, ਇਹਨੂੰ ਜੰਗਲ ਕਹਿੰਦੇ ਨੇ। ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੈ। ਵਣ ਕੰਡਾ ਮੋੜੈ ਦਾ ਮਤਲਬ ਕੀ ਹੁੰਦਾ ਹੈ? ਮਨ ਕਰਕੇ ਰੱਬ ਜੀ ਤੋਂ ਪੁੱਠੇ ਪਾਸੇ ਕਿਉਂ ਹੋ ਗਿਆ? ਰੱਬ ਜੀ ਅੰਦਰ ਵਸਦੇ ਨੇ, ਤੂੰ ਇਹਨਾਂ ਨੂੰ ਦੇਖ ਰਿਹਾ।
ਰੱਬ ਜੀ ਤੇਰੇ ਡਰਾਇੰਗ ਰੂਮ ਵਿੱਚ ਵਸਦੇ ਨੇ, ਤੂੰ ਇਹਨਾਂ ਖਿੜਕੀਆਂ ਤੋਂ ਬਾਹਰ ਦੇਖ ਰਿਹਾ। ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੈ। ਸਾਡਾ ਬੱਚਾ ਜਦੋਂ ਪੜ੍ਹਦਾ ਨਹੀਂ ਹੈ, ਸਾਡਾ ਬੱਚਾ ਜਦੋਂ ਸਾਡਾ ਕਹਿਣਾ ਨਹੀਂ ਮੰਨਦਾ ਹੈ, ਤਾਂ ਅਸੀਂ ਪਤਾ ਹੀ ਕਹਿੰਦੇ ਹਾਂ ਇਹ ਬੈਠਾ ਇੱਥੇ ਹੋਇਆ, ਧਿਆਨ ਇਹਦਾ ਗਰਾਊਂਡ ਵੱਲ ਹੈ, ਧਿਆਨ ਇਹਦਾ ਬਾਹਰ ਖੇਡਣ ਵੱਲ ਹੈ। ਇੰਜ ਅੰਦਰ ਰੱਬ ਜੀ ਰਹਿੰਦੇ ਨੇ, ਵਸੀ ਰੱਬ ਹੀ ਆਲੀ ਹੈ। ਜੰਗਲ ਕਿਆ ਢੂੰਡਿਆ, ਇਹਨਾਂ ਖਿੜਕੀਆਂ ਦੇ ਚੱਕਰਾਂ ਵਿੱਚ ਕਿੱਥੇ ਪਿਆ ਹੋਇਆ, ਕਿੱਥੇ ਗਵਾਚਿਆ ਹੋਇਆ। ਇਹਦਾ ਮਤਲਬ ਹੁਣ ਉਹ ਸ਼ਲੋਕ ਸਾਡੇ ਤੇ ਟੁੱਕ ਗਿਆ। ਇਹ ਉਹਨਾਂ ਸਿੱਧਾ ਜੋਗੀਆਂ ਵਾਸਤੇ ਨਹੀਂ ਰਹਿ ਗਿਆ ਜਿਨ੍ਹਾਂ ਦੇ ਬਾਰੇ ਅਸੀਂ ਕਹਿੰਦੇ ਜੰਗਲਾਂ ਵਿੱਚ ਰਹਿੰਦੇ ਸੀ, ਰੱਬ ਨੂੰ ਲੱਭਣ ਜਾਂਦੇ ਸਨ। ਸਾਡੇ ਤੇ ਟੁੱਕ ਗਿਆ। ਸਾਡੀ ਨਿਮਰਤਾ ਸਹਿਤ ਖੋਜ ਬੇਨਤੀ ਹੋਣੀ ਚਾਹੀਦੀ ਹੈ, ਰੱਬ ਜੀ ਮੈਨੂੰ ਸ਼ਬਦ 'ਚੋਂ ਬਾਣੀ 'ਚੋਂ ਤੁਸੀਂ ਮੇਰੇ ਵਾਸਤੇ ਸੁਨੇਹਾ ਦਿਓ, ਤਾਂ ਸਾਡਾ ਜੀਵਨ ਸੰਵਰੇਗਾ, ਤਾਂ ਨਾ ਸਾਡਾ ਜੀਵਨ ਬਦਲੇਗਾ। ਕੁਛ ਲੋਕ ਕਹਿੰਦੇ ਹਨ ਕਿ ਵੀਰ ਜੀ ਤੁਸੀਂ ਕਹਿੰਦੇ ਹੋ ਮਿੱਠਾ ਬੋਲਣਾ ਚਾਹੀਦਾ ਹੈ, ਜੇ ਦੂਜੀ ਧਿਰ ਭੈੜਾ ਬੋਲੇ ਤਾਂ ਫਿਰ ਦੂਜੀ ਧਿਰ ਦੀ ਗੱਡੀ ਤੇ ਚੜ੍ਹ ਜਾਓ। ਮਰਜ਼ੀ ਆਪਣੀ ਹੈ ਕਿ ਮੈਂ ਮਿੱਠਾ ਬੋਲਣਾ ਹੈ ਜਾਂ ਮਿੱਠਾ ਬੋਲਣਾ ਇਸ ਕਰਕੇ ਛੱਡਣਾ ਹੈ ਕਿ ਦੂਜੀ ਧਿਰ ਨਕੰਮੀ ਹੈ, ਕਿ ਦੂਜੀ ਧਿਰ ਭੈੜਾ ਬੋਲਦੀ ਹੈ। ਕਿਸੇ ਦਾ ਪਤੀ, ਕਿਸੇ ਦੀ ਪਤਨੀ, ਕਿਸੇ ਦੀ ਸੱਸ, ਕਿਸੇ ਦੀ ਨੂੰਹ, ਦੂਜਿਆਂ ਦੇ ਕਰਕੇ ਅਸੀਂ ਸਿੱਖੀ, ਦੂਜਿਆਂ ਦੇ ਕਰਕੇ ਅਸੀਂ ਰੱਬੀ ਗੁਣ ਛੱਡਦੇ ਜਾਈਏ, ਫਿਰ ਤੇ ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਸਾਨੂੰ ਚਾਰੋਂ ਪਾਸੇ ਇਸ ਤਰ੍ਹਾਂ ਮੰਦੇ ਖਿਆਲਾਂ ਵਾਲੇ ਬਿਹੇਵੀਅਰ ਮਿਲਦੇ ਰਹਿਣਗੇ, ਅਸੀਂ ਛੱਡਦੇ ਜਾਵਾਂਗੇ। ਸੋ ਇਸ ਸ਼ਲੋਕ ਵਿੱਚ ਅਸੀਂ ਇਹ ਸਿੱਖਿਆ, ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਜੋ ਬਾਹਰਲੀ ਚੋਪੜੀ ਪ੍ਰੀਤ ਦਿਖਾਵੇ ਦੀਆਂ ਗੱਲਾਂ ਕਰਦੇ ਨੇ ਉਹ ਦੁਖੀ ਰਹਿੰਦੇ ਨੇ, ਪਰ ਰੋਟੀ ਮੇਰੀ ਕਾਟ ਕੀ ਦਾ ਸਾਰਾ ਭਾਵ ਅਰਥ ਨਿਕਲਿਆ ਸੰਤੋਖੀ ਰਿਹਾ ਕਰ। ਫਿਰ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਸੋ ਚੋਪੜੀ ਦੇ ਅਰਥ ਨਿਕਲੇ, ਚੋਪੜੀ ਹੁੰਦਾ ਫੁਲਕੇ ਦੇ ਉੱਪਰ ਚੋਪੜਨਾ ਜੋ ਸਾਫ਼ ਦਿਸਦਾ ਹੈ। ਇੰਜ ਦੂਜਿਆਂ ਦੇ ਕੋਲ ਕੀ ਹੈ ਉਹਨੂੰ ਚੋਪੜੀ ਪ੍ਰੀਤ ਕਹਿੰਦੇ ਨੇ। ਉਹਦੇ ਮੁਤਾਬਕ ਆਪ ਉੱਤੋਂ ਰੱਬੀ ਕੰਮ ਕਰਨਾ, ਪਰ ਅੰਦਰੋਂ ਵੈਸਾ ਨਾ ਬਣਨਾ। ਫਰਕ ਹੁੰਦਾ ਹੈ, ਤੁਸੀਂ ਫੁਲਕਾ ਪਰਾਂਠਾ ਬਣਾਓ, ਇੱਕ ਹੁੰਦਾ ਆਟਾ ਗੁੰਨਣ ਵੇਲੇ ਵਿੱਚੇ ਘਿਓ ਪਾ ਦਿਓ, ਉਹ ਹੁੰਦਾ ਉਹਦੇ ਅੰਦਰ, ਇੱਕ ਰੇਸ਼ੇ ਦੇ ਆਟੇ ਦੇ ਅੰਦਰ ਘਿਓ ਪਹੁੰਚ ਗਿਆ। ਇੱਕ ਹੁੰਦਾ ਨਹੀਂ ਮੈਨੂੰ ਉੱਤੋਂ ਥੋੜ੍ਹਾ ਜਿਹਾ ਚੋਪੜ ਦਿਓ, ਉੱਤੋਂ ਥੋੜ੍ਹਾ ਚੋਪੜਿਆ ਔਰ ਆਟੇ ਅੰਦਰ ਗੁੰਨਿਆ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਚੋਪੜੀ ਪ੍ਰੀਤ, ਅਸੀਂ ਉੱਤੋਂ ਗੁਰਦੁਆਰੇ ਆਉਂਦੇ ਹਾਂ, ਉੱਤੋਂ ਦਿਖਾਉਣ ਵਾਸਤੇ ਆਉਂਦੇ ਹਾਂ, ਇੱਕ ਦੂਜੇ ਨੂੰ ਦਿਖਾਉਣ ਵਾਸਤੇ ਗੁਰਦੁਆਰੇ ਨਹੀਂ ਆਉਣਾ, ਉਹ ਚੋਪੜੀ ਪ੍ਰੀਤ ਹੁੰਦਾ ਹੈ। ਦੇਖ ਪਰਾਈ ਚੋਪੜੀ ਨਾ ਤਰਸਾ ਜੀ, ਤਾਂ ਲੋਕਾਂ ਦੇ ਕੋਲ ਕੀ ਹੈ ਉਸ ਨੂੰ ਦੇਖ ਕੇ ਆਪਣੇ ਆਪ ਨੂੰ ਦੁਖੀ ਹੁੰਦੇ ਰਹਿਣਾ। ਅਸੀਂ ਇਹ ਗੱਲਾਂ ਬਹੁਤ ਵਾਰੀ ਕਰ ਚੁੱਕੇ ਹਾਂ ਕਿ ਲੋਕੀ ਆਪਣੇ ਦੁੱਖਾਂ ਤੋਂ ਇਤਨੇ ਦੁਖੀ ਨਹੀਂ ਹਨ ਜਿਤਨਾ ਹੋਰਾਂ ਦੇ ਸੁੱਖਾਂ ਤੋਂ ਦੁਖੀ ਹਨ। ਪਰ ਮੇਰੇ ਕੋਲ ਜੋ ਕੁਝ ਹੈ ਇਹਦੇ ਨਾਲ ਮੈਂ ਸਵਾਸ ਲੈ ਸਕਦਾ ਹਾਂ, ਇਹਦੇ ਨਾਲ ਮੈਂ ਜੀ ਸਕਦਾ ਹਾਂ, ਇਹਦੇ ਨਾਲ ਮੇਰੀ ਜ਼ਿੰਦਗੀ ਟੁਰ ਰਹੀ ਹੈ, ਤਾਂ ਤੇ ਸੁਖੀ ਰਵਾਂਗੇ। ਪਰ ਮੇਰੇ ਕੋਲ ਸਕੂਟਰ ਹੈ, ਦੂਜੇ ਕੋਲ ਕਾਰ ਹੈ, ਮੈਂ ਕਾਰ ਨਹੀਂ ਲੈ ਪਾ ਰਿਹਾ, ਇਸ ਕਰਕੇ ਦੁਖੀ ਹਾਂ, ਤਾਂ ਇਹ ਫਿਰ ਪਰਾਈ ਚੋਪੜੀ ਨੂੰ ਦੇਖ ਕੇ ਆਪਣੇ ਆਪ ਨੂੰ ਤਰਸਾਉਣ ਵਾਲੀ, ਤਾਂ ਤ੍ਰਿਸ਼ਨਾ ਦੇ ਵਿੱਚ ਹੀ ਰਵਾਂਗੇ, ਸੰਤੋਖੀ ਨਹੀਂ ਬਣ ਪਾਵਾਂਗੇ, ਰੈਟ ਰੇਸ ਵਿੱਚ ਫਸ ਜਾਵਾਂਗੇ। ਅਸੀਂ ਇਹ ਗੱਲਾਂ ਸਿੱਖ ਰਹੇ ਹਾਂ। ਅੱਛਾ, ਹੁਣ ਅਸੀਂ ਅੱਜ ਦੇ ਸ਼ਲੋਕ ਦੇ ਅੰਦਰ ਐਂਟਰ ਕਰਨਾ ਹੈ। ਅੱਜ ਦੇ ਸ਼ਲੋਕ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝ ਕੀਤਾ ਹੈ ਕਿ
ਰਾਤ ਕਿਹਨੂੰ ਕਹਿੰਦੇ ਨੇ। ਜੋ ਗੱਲਾਂ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ, ਇਹਨਾਂ ਗੱਲਾਂ ਨੂੰ, ਇਸ ਢੰਗ ਨਾਲ ਗੱਲ ਕਰਨ ਨੂੰ ਪ੍ਰੌਢਾਵਾਦ ਕਹਿੰਦੇ ਨੇ। ਇਸ ਢੰਗ ਨਾਲ ਗੱਲ ਕਰਨ ਨੂੰ ਸਪੀਕਿੰਗ ਇਨ ਵਰਨੈਕੂਲਰ ਕਹਿੰਦੇ ਨੇ। ਪ੍ਰੌਢਾਵਾਦ ਵਿੱਚ, ਸਪੀਕਿੰਗ ਇਨ ਵਰਨੈਕੂਲਰ ਵਿੱਚ ਜੋ ਅੱਖਰ ਦੂਜਿਆਂ ਨੂੰ ਸਮਝ ਆਉਂਦਾ ਹੈ, ਉਹ ਵਾਲਾ ਅੱਖਰ, ਉਹ ਵਾਲਾ ਸੈਂਟੈਂਸ, ਉਹ ਵਾਲੀ ਟਰਮ ਯੂਜ਼ ਕੀਤੀ ਜਾਂਦੀ ਹੈ। ਮੀਨਿੰਗ ਆਪਣੇ ਹੁੰਦੇ ਨੇ। ਫਰਜ਼ ਕਰੋ ਜੇਕਰ ਹਲਵਾਈ ਦੀ ਵੋਟੀ ਉਹਨੂੰ ਪੁੱਛੇ तुम खोए से क्यों लगते हो, हलवाई दी वोटी पूछ रही है तुम खोए से क्यों लगते हो। जे हलवाई ये समझे कि खोए का मैना है वो जोड़ा चिट्टे वाला खोया होंदा जिहदे नाल बर्फी बनती है, तो गड़बड़ हो जाएगी। अखर खोए वरत्या, लेकिन खोए का मतलब वो वोटी का कहने का मतलब है गुआचे गुआचे क्यों लगते हो। फर्क है ना। जेकर कोई माँ बच्चा बहुत जिद कर रहा है और बड़ी दुखी होकर के खा ले बेटा मेरी जान रोटी खा ले, मेरी जान खा ले, ਉਹਦੇ दो अर्थ निकलते हैं। मेरी जान मेरे प्यारिया खा ले, दूजा होंदा मेरी जान खा ले। अखर उही ने। साध संगत जी, गुरबाणी दे अर्थ समझण वेले सानू इस तरह ही गुरबाणी दे एक एक अखर की गहराई विच उतरना है। बहुत सिंपल सौखा सादा ढंग है बाणी नू समझण दा। सो मैं तुहाडे नाल सांझ कीती गुरबाणी अन्ना किस नू कहंदी है। इन्हां अखां वालियां नू जिन्हां कोल नहीं ने उन्हां नू अन्ना नहीं कहंदी। मैं तुहाडे नाल सांझ कीती गुरबाणी ए जिहड़ी हनेरे वाली रात है इनू रात नहीं कहती। जदों ये समझ आ जाएगा ना, पंक्ति भी मैं तुहाडे नाल सांझ कीती, प्राणी तू आयो लाहा लैण, लगा कित कुफकड़े सब मुकदी चली रैण। मतलब तेरी जिंदगी रूपी रैण बीत रही है। जिंदगी नू रैण कहंदे ने। एक मार्च अप्रैल तो बाद विसाख का महीना आता है, जिंदगी नू वैसाख कहंदे ने। वैसाख भला शाखा वेस करे। बसंत तो बाद नवीं शाखा कोपलां खिलदियां ने, पर मेरा सारे अंग नवे हो जान, मन दे अंग नवे हो जान, देखण दा मैं नज़रिया बदलना, पुराना मंदे ख्यालों वाला सुभाਅ छड्ड दियां, किसी नाल नफरत, किसी नाल भैड़े बोल, किसी नाल ईरखा दी आदतां छड्ड दियां, तां वैसाख भला शाखा वेस करे। मेरी सारी शाखाएं, सारा पेड़ नया हो गया, मेरी जिंदगी वैसाख बन गई। अप्रैल वाली वैसाख की गल नहीं चल रही। इंज आस्ता आस्ता जो पढ़ते हैं ना, ਤਾਂ पता लगता है जे रात है जिहड़ी हनेरी वाली रात है, इस रात नूं रात गुरबाणी विच रैण नहीं किया गया, जिंदगी नूं रैण किया गया है, तो फिर अमृत वेला भी निकल आएगा। मीनिंग कि अमृत वेला एक तो असी कहते हैं बई तुसीं 3 बजे उठो 4 बजे उठो, वो तो उठना ही चाहिए, वो तो सेहत वास्ते भी चंगा ही है। और उस वेले सानू कोई काम भी नहीं होंदा, बाकी सारे सुत्ते होंदे ने, बच्चा भी सुत्ता होंदा, किसी ऑफिस भी नहीं जाना होंदा, वो तो असी उठना ही है। पर अमृत वेला 24 आवर्स होंदा है। जिवें 24 आवर्स रहन है तो मानो मैं हनेरे च रहिंदा हाँ, पर जे मैं सतगुर दा चानण लै लवां सूरज दे ज्ञान वांगू, गुरज्ञान प्रचंड बलाया लै लवां, तब मेरे वास्ते 24 आवर्स अमृत वेला है। अमृत वेला सच नौ वड्याई विचार, जदों भी वड्याइयां दी विचार करके अपना जीवन बनाओ, उन्होंने अमृत वेला कहते ने। इंज बाणी दे अर्थ बाणी चों समझ आते जाते ने। सो अज दे श्लोक विच, अज ना सुत्ती कंत स्यों अंग मुड़े मुड़ जाए। हुण असी अज समझिया
ਅੱਖਰਾਂ ਦਾ ਢੰਗ ਬਾਣੀ ਦੇ ਅੰਦਰ ਕੀ ਵਰਤਿਆ ਗਿਆ। ਅੱਜ ਦਾ ਮੈਨਾ ਫਿਰ ਕੀ ਹੋਇਆ, ਅੱਜ 20 ਤਰੀਕ ਹੈ, ਇਹਨੂੰ ਤੇ ਨਹੀਂ ਕਹਿੰਦੇ ਨੇ। ਅੱਜ ਨੂੰ ਇੰਗਲਿਸ਼ ਵਿੱਚ ਟੂਡੇ ਕਹਿੰਦੇ ਨੇ, ਉਹਨੂੰ ਤੇ ਅੱਜ ਨਹੀਂ ਕਹਿੰਦੇ ਨੇ। ਅਸੀਂ ਇੱਕ ਸ਼ਬਦ ਪੜ੍ਹਿਆ ਸੀ, ਅਬ ਹਮ ਚਲੀ ठाकुर पैहार, अब हम चले ठाकुर पैहार, अब हम चले ठाकुर पैहार, अब हम चले ठाकुर पैहार। जब हम शरण प्रभु की आई, जब हम शरण प्रभु की आई, राख प्रभु पावे मां, 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 राख प्रभु पावे मां। अब हम चली ठाकुर पैहार, अब हम चली ठाकुर पैहार, अब हम चली ठाकुर पैहार, अब हम चली ठाकुर पैहार। ਸੋ ਅਬ ਦਾ ਮੈਨਾ ਨਾਉ ਨਹੀਂ ਹੁੰਦਾ। ਅਬ 9:25 ਹੋਏ, ਇਹਨੂੰ ਅਬ ਨਹੀਂ ਕਹਿੰਦੇ ਨੇ। ਸੋ ਜਦੋਂ ਅਸੀਂ ਇਹ ਸ਼ਬਦ ਪੜ੍ਹਿਆ ਸੀ, ਅਸੀਂ ਇਹਨੂੰ ਡਿਟੇਲ ਵਿੱਚ ਵਿਚਾਰਿਆ ਸੀ। ਜਿਸ ਵੇਲੇ ਇਹ ਮਹਿਸੂਸ ਹੋਵੇ ਕਿ ਮੈਂ ਗਲਤ ਅਵਗੁਣਾ ਵਾਲੇ ਸੁਭਾਅ ਦੇ ਨਾਲ ਜੀਂਦਾ ਹਾਂ, ਇਹਨਾਂ ਦੇ ਨਾਲ ਮੈਂ ਦੁਖੀ ਰਹਿੰਦਾ ਹਾਂ, ਮੈਨੂੰ ਖੇੜਾ ਖੁਸ਼ੀ ਨਹੀਂ ਆਉਂਦੀ। ਮੈਂ ਇੱਕ ਐਗਜ਼ਾਮਪਲ ਬਣਾਵਾਂ, ਜਦੋਂ ਇਹ ਮੇਰੇ ਘਰ ਆਵੇ, ਮੈਨੂੰ ਚਾਹ ਵੀ ਪੁੱਛਾਂ, ਰੋਟੀ ਵੀ ਪੁੱਛਾਂ, ਔਰ ਇਹ ਕਹੇ ਮੈਂ ਖਾ ਕੇ ਆਇਆ, ਫਿਰ ਵੀ ਖਾਦੇ ਤੇ ਖਵਾਵਾਂ, ਔਰ ਇਹ ਜਾਣਾ ਚਾਹਵੇ, ਮੈਂ ਕਹਾਂ ਨਹੀਂ 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 ਹੁਣੇ ਨਾ ਜਾਓ, ਹਾਏ ਇੱਥੇ ਬਹਿ ਜਾਓ, ਇੰਝ ਕਰੋ, ਮੈਂ ਪੂਰੀ ਮੱਖਣਬਾਜ਼ੀ ਕਰਾਂ। ਪਰ ਇਹਦੇ ਬਦਲੇ ਜਦੋਂ ਇਹ ਆਵੇ, ਮੈਂ ਪਾਣੀ ਵੀ ਨਾ ਪੁੱਛਾਂ, ਚਾਹ ਵੀ ਨਾ ਪੁੱਛਾਂ, ਔਰ ਕਹਾਂ ਜਲਦੀ ਚਲਾ ਜਾਵੇ, ਮਗਰੋਂ ਲੱਥੇ, ਆਪਣੇ ਘਰ ਵਾਲਿਆਂ ਨੂੰ ਕਹਾਂ ਉਹ ਇਹਨੂੰ ਜਲਦੀ ਦਫਾ ਕਰ, ਤਾਂ ਇਹ ਮੇਰਾ ਵਿਤਕਰੇ ਦਾ ਸੁਭਾਅ ਬਣ ਗਿਆ। ਇਹਦੇ ਨਾਲ ਪਤਾ ਕੀ ਹੋਏਗਾ, ਰੱਬੀ ਨਿਯਮ ਕੰਮ ਕਰੇਗਾ। ਮੈਂ ਸੁਖੀ ਨਹੀਂ ਰਹਿ ਸਕਦਾ, ਮੈਨੂੰ ਖੇੜਾ ਨਹੀਂ ਆਏਗਾ, ਮੈਨੂੰ ਵਿਗਾਸ ਨਹੀਂ ਆਏਗਾ, ਕਿਉਂਕਿ ਮੈਂ ਮਨੁੱਖਾਂ ਨਾਲ, ਰੱਬ ਦੇ ਬਣਾਏ ਹੋਏ ਮਨੁੱਖਾਂ ਨਾਲ ਵਿਤਕਰਾ ਕਰਦਾ ਹਾਂ। ਸੋ ਅਬ ਦਾ ਮੈਨਾ ਹੋਇਆ ਕਿ ਮੈਂ ਜਿਹੜੇ ਅਵਗੁਣਾਂ ਨਾਲ ਜੀਂਦਾ ਸੀ, ਉਹਨਾਂ ਦੇ ਨਾਲ ਜੀਣ ਤੋਂ ਬਾਅਦ ਜੋ ਮੈਨੂੰ ਦੁੱਖ ਮਹਿਸੂਸ ਹੁੰਦਾ ਹੈ ਨਾ, ਉਹ ਮੈਂ ਮਹਿਸੂਸ ਕਰ ਲਿਆ, ਮੈਨੂੰ ਰਿਅਲਾਈਜ਼ ਹੋ ਗਿਆ ਦੈਟ ਆਈ ਐਮ ਰੋਂਗ। ਇਹ ਰੋਂਗ ਨਹੀਂ ਹੈ, ਇਹ ਚੰਗਾ ਨਹੀਂ ਹੈ, ਇਹ ਮੰਦਾ ਨਹੀਂ ਹੈ। ਰੋਂਗ ਦਰਅਸਲ ਮੇਰੇ ਸੋਚਣੀ ਦਾ ਢੰਗ ਹੈ। ਐਸ ਫੀਲ ਆ ਜਾਣੀ ਨਾ, ਤੇ ਇਸ ਫੀਲ ਤੋਂ ਬਾਅਦ ਕਹਿਣਾ ਮੈਂ ਆਪਣਾ ਸੁਭਾਅ ਠੀਕ ਕਰਨਾ ਚਾਹੁੰਦਾ ਹਾਂ। ਇਸ ਅਵਸਥਾ ਨੂੰ ਅਬ ਕਹਿੰਦੇ ਨੇ। ਤੇ ਜਦੋਂ ਅਸੀਂ ਉਸ ਸਿੱਧੇ ਰਾਹ ਪੈਣ ਦੀ ਅਵਸਥਾ ਚਾਹੁੰਦੇ ਹਾਂ, ਉਹਨੂੰ ਕਹਿੰਦੇ ਨੇ ਜਬ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਬ ਕਹਿੰਦੇ ਨੇ। ਇੰਜ ਅੱਜ ਦਾ ਮਤਲਬ ਹੈ ਜਿਸ ਵੇਲੇ, ਜਦੋਂ ਕਦੇ ਵੀ, ਜਿਸ ਕਿਸੇ ਪਲ, ਅੱਜ ਨਾ ਸੁੱਤੀ ਕੰਤ ਸਿਓ। ਸੁੱਤੀ ਦਾ ਮੈਨਾ ਕੀ ਹੁੰਦਾ ਹੈ?
ਸੁੱਤੀ ਦਾ ਮਤਲਬ ਜਦੋਂ ਇਸ ਰਾਤ ਦਾ ਮੈਨਾ ਰਾਤ नहीं है गुरबाणी तो सुत्ती का मतलब ही ये आंखें बंद करके रात को 10 बजे सो जाना और सुबह 5 बजे उठना, वो जो नींद आई होती है उसनू तो सुत्ती नहीं कहते ने। हुण बाणी शब्द आएगा, इस ग्रह में कोई जागत रहे, इस ग्रह में कोई जागत रहे, कोई जागत रहे, साबत वस्तु हो अपनी लहे। हुण नींद दसन लगे ने किस तरह दी होंदी। नैनो नींद पर दृष्ट विकार, श्रवण सोए सुन निंद विचार, रसना सोई लोभ मीठे साथ, मन सोया माया बिस्माद, मन सोया माया बिस्माद। इस ग्रह में कोई जागत रहे, कोई जागत रहे, साबत वस्तु हो अपनी लहे। मन सो गया, जीभ सो गई, रसना सो गई, ਕੰਨ सो गए। मतलब की होया, ये देखण विच अखां भी खुलियां ने, डे टाइम भी है, पर ये अवगुणा विच खच्चत हो गए ने, इन्हां विच सूतक पै गया है। जिस वेले मैं कन्ना दे नाल निंदा सुनदा हाँ, उस वेले मेरे कंन सो गए ने। क्यों सो गए ने? मन सोया माया बिस्माद। जदों मन सो गया, मन दा कंन सो गया, इस करके इस कंन तो मैं निंदा सुनदा हाँ। जदों मन सो गया है तो मैं इस रसना तो निंदा करदा हाँ, गालां कढ़दा हाँ, भैड़े बोल बोलदा हाँ। रीसेंटली अमेरिका मेरे मदर नूं हार्ट अटैक होया, वो ICU च ने, तो मैं 2 हफ्ते पहला उन्हां कोल सी, तो उन्हां नूं साह चढ़ रहा सी, इस तरह कर रहे सी। तो मैं क्या बीजी तुसी ना अपने हार्ट ते हथ रखो और अपने पेट ते हथ रखो और अपने श्वासां वाल थोड़ा ध्यान करो, और इस तरह मुँह खोल के साह ना लवो, थोड़ा जिहा अपने श्वास वाल ध्यान करो। वो काम हो गए, वो थोड़ा उन्हां दा साह सौखा हो गया। ਇਹਦਾ मतलब ਜਦੋਂ ਅਸੀਂ ਆਪਣੇ ਸਾਹ ਨੂੰ देख सकते हाँ, उस वेले साडा चारों पासों ध्यान हट जाएगा। उन्हां दा ध्यान हट गया। ਜਦੋਂ ਅਸੀਂ ਭੈੜੇ ਬੋਲ ਬੋਲ ਰਹੇ ਹੁੰਦੇ ਹਾਂ, ਅਸੀਂ ਦਰਅਸਲ ਸੋ ਗਏ ਹੁੰਦੇ ਹਾਂ। ਜਦੋਂ ਅਸੀਂ ਗਾਲਾਂ ਕੱਢ ਰਹੇ ਹੁੰਦੇ ਹਾਂ, ਨਫ਼ਰਤ ਕਰ ਰਹੇ ਹੁੰਦੇ ਹਾਂ, ਨਿੰਦਾ ਕਰ ਰਹੇ ਹੁੰਦੇ ਹਾਂ, ਈਰਖਾ ਕਰ ਰਹੇ ਹੁੰਦੇ ਹਾਂ, ਮੇਰੇ ਕੋਲ ਲਫ਼ਜ਼ ਹੋਰ ਹੈ ਨਹੀਂ ਹੈ, ਇਹੀ ਅਸੀਂ ਪ੍ਰੈਕਟਿਸ ਕਰਦੇ ਰਹਿੰਦੇ। ਇਸ ਕਰਕੇ ਬਾਰ-ਬਾਰ ਮੈਂ ਬੋਲਦਾ, ਰਿਪੀਟਿਡ ਲਫ਼ਜ਼ ਲੱਗਦੇ ਨੇ। ਜਦੋਂ ਮੈਂ ਗਰੁੱਪਬਾਜ਼ੀ ਕਰਦਾ, ਧੜੇਬਾਜ਼ੀ ਕਰਦਾ, ਬੈਕ ਸਟੈਬਿੰਗ ਕਰਦਾ, ਕਿਸੇ ਦੇ ਪਿੱਛੋਂ ਉਹਦੀਆਂ ਮਾੜੀਆਂ ਗੱਲਾਂ ਕਰਦਾ ਹਾਂ, ਧੜੇਬਾਜ਼ੀ ਵਿੱਚ ਮਸਤ ਰਹਿੰਦਾ, ਉਸ ਵੇਲੇ ਦਰਅਸਲ ਮੈਂ ਸੋ ਜਾਂਦਾ ਹਾਂ। ਜੇ ਮੈਂ ਜਾਗ ਪਾਵਾਂ ਤਾਂ ਸਾਧ ਜੀ ਇਹਦੇ ਅਰਥ ਕੀ ਨਿਕਲੇ? ਮੈਂ ਤੁਹਾਨੂੰ ਕੁਛ ਵੀ ਨਹੀਂ ਪੜ੍ਹਾਇਆ, ਤੁਸੀਂ ਸੋਚ ਸਕਦੇ ਹੋ। ਇਹਦੇ ਅਰਥ ਇਹ ਨਿਕਲੇ ਕਿ ਜੇ ਮੈਂ ਇਹਨਾਂ ਨਾਲ ਮਾੜੇ ਕੰਮ, ਮੰਦੇ ਖਿਆਲਾਂ ਦਾ ਸੁਭਾਅ ਨਾ ਕਰਿਆ ਕਰਾਂ ਤਾਂ ਮਾਨੋ ਮੈਂ ਜਾਗਦਾ ਹਾਂ, 24 ਘੰਟੇ ਜਾਗਦਾ ਹਾਂ। ਉਸ ਅਵਸਥਾ ਨੂੰ ਕਹਿੰਦੇ ਨੇ ਗੁਰਮੁਖ ਜਾਗ ਰਹੇ।
ਸਾਡੇ ਵਿੱਚ ਪਤਾ ਕੀ ਕਹਿੰਦਾ, ਇਹ ਬੜੇ ਬ੍ਰਹਮ ਗਿਆਨੀ ਨੇ, ਇਹ 3-3 ਦਿਨ ਸੌਂਦੇ ਹੀ ਨਹੀਂ। ਉਸ ਦੀ ਤਾਂ ਗੱਲ ਹੀ ਨਹੀਂ ਚੱਲ ਰਹੀ। ਗੁਰਮੁਖ ਜਾਗਰੇ ਦਾ ਮਤਲਬ ਹੈ ਉਹ ਆਪਣੇ ਇੰਦਰੀ ਗਿਆਨਿੰਦਰੀ ਅੰਗ ਅੰਗ ਕਰਕੇ, ਰੋਮ ਰੋਮ ਕਰਕੇ, ਆਪਣੇ ਥਾਟ ਪ੍ਰੋਸੈਸ ਤੋਂ ਲੈ ਕੇ, ਸੋਚਣੀ ਦੇ ਢੰਗ ਤੋਂ ਲੈ ਕੇ ਆਪਣੇ ਸਾਰੇ ਅੰਗਾਂ ਵੱਲੋਂ ਜਾਗਿਆ ਰਹਿੰਦਾ ਹੈ। ਇਸ ਤੋਂ ਉਲਟ ਨੀਂਦ ਕਿਹੜੀ ਹੁੰਦੀ ਹੈ? ਇਸ ਤੋਂ ਉਲਟ ਹੁੰਦੀ ਹੈ ਜਾਗਨ ਤੇ ਸੁਪਨਾ ਭਲਾ, ਜਾਗਨ ਤੇ ਸੁਪਨਾ ਭਲਾ, ਬਸੀਏ ਪ੍ਰਭ ਸੰਗ, ਬਸੀਏ ਪ੍ਰਭ ਸੰਗ, ਜਾਗਨ ਤੇ ਸੁਪਨਾ ਭਲਾ। ਇਹ ਜਿਹੜੀ ਦੁਨੀਆ ਜਾਗਦੀ ਹੈ ਨਾ, ਸਵੇਰੇ ਰਾਤੀ ਸੋ ਜਾਂਦੀ ਹੈ, ਸਵੇਰੇ ਜਾਗ ਪੈਂਦੀ ਹੈ, ਇਹ ਮੇਰੇ ਕੰਮ ਦਾ ਨਹੀਂ ਹੈ। ਮੈਂ ਦਰਅਸਲ 24 ਘੰਟੇ ਜਿਹੜੇ ਲੋਕੀ ਜਾਗਣ ਤੋਂ ਬਾਅਦ ਆਪਣੇ ਅੰਗਾਂ ਦੇ ਨਾਲ ਅਵਗੁਣ ਕਰਦੇ ਨੇ, ਉਹਨਾਂ ਨਾਲੋਂ ਤਾਂ ਮੈਂ ਅਵਗੁਣਾਂ ਵੱਲੋਂ ਸੋ ਜਾਣਾ ਚਾਹੁੰਦਾ ਹਾਂ। ਮੈਂ ਪਹਿਲਾਂ ਤੁਹਾਡੇ ਨਾਲ ਨੈਗੇਟਿਵ ਨੀਂਦ ਵਿਚਾਰ ਕੀਤੀ, ਹੁਣ ਪੋਜ਼ਿਟਿਵ ਨੀਂਦ ਵਿਚਾਰ ਕਰ ਰਿਹਾ। ਉਹਨੂੰ ਕਹਿੰਦੇ ਨੇ ਸੁਪਨੇ ਹੂੰ ਬਰੜਾਏ ਕੇ ਜੈ ਮੁਖ ਨਿਕਸੈ ਰਾਮ। ਸੁਪਨਾ ਦਾ ਮਤਲਬ ਇਹ ਨਹੀਂ ਹੈ ਮੈਂ ਸੁੱਤਾ ਹੋਇਆ ਵਾਂ, ਅੱਧੀ ਰਾਤੀ मेरी वाइफ कह रही है रात को क्या कर रहे थे तुम, क्या बोल रहे थे, और सवेरे सब ਨੂੰ ਦੱਸ ਰਹੀ है ये रात को राम राम वाहिगुरु वाहिगुरु कर रहे थे। ये उस दी गल नहीं चल रही। सुपने हूँ बरड़ाए के जय मुख निकसे राम, जय मुख निकसे राम, ये उस दी गल बिल्कुल नहीं चल रही है। रसना मन दी होंदी है ਜਿਹੜੀ ਬੋਲਦੀ ਹੈ, ਸੋਹਣਾ ਮਨ ਨੇ ਹੁੰਦਾ, ਮਨ ਦੀਆਂ ਅੱਖਾਂ ਹੁੰਦੀਆਂ, ਸਰੀਰ ਦੇ ਤਲ ਤੇ ਕੋਈ ਗੱਲ ਨਹੀਂ ਚੱਲ ਰਹੀ ਹੈ। ਜਿਸ ਆਤਮਕ ਤਲ ਦੇ ਸਰੀਰ ਦੀ ਗੱਲ ਚੱਲ ਰਹੀ ਹੈ, ਸਾਨੂੰ ਬਾਣੀ ਉਸ ਨੂੰ ਫਿਕਸ ਅਪ ਕਰਨਾ ਸਿਖਾਉਂਦੀ ਹੈ। ਜੇ ਉਹ ਫਿਕਸ ਅਪ ਨਹੀਂ ਨਾ ਹੋਇਆ ਤਾਂ ਅਸੀਂ ਅੰਦਰ ਦੇ ਰੱਬ ਨਾਲ ਜੁੜੇ ਹੀ ਨਹੀਂ ਹੋਏ ਹਾਂ। ਅੱਜ ਨਾ ਸੁੱਤੀ ਕੰਤ ਸਿਉ, ਮੈਂ ਆਪਣੇ ਜੀਵਨ ਦੇ ਕਿਸੇ ਵੀ ਪਲ ਅੰਦਰ ਦੇ ਰੱਬ ਦੇ ਨਾਲ ਜੁੜੀ ਹੀ ਨਹੀਂ ਹੋਈ। ਕੰਤ ਕੌਣ ਹੈ? ਰੱਬ ਜੀ। ਰੱਬ ਜੀ ਦੇ ਨਾਲ ਮਿਲ ਕੇ ਮੇਰਾ ਮਨ ਕੰਤ ਬਣਦਾ ਹੈ। ਉਹ ਪੋਜ਼ਿਟਿਵ ਨੀਂਦ ਲੈਣੀ ਹੈ। ਅਵਗੁਣਾਂ ਵੱਲੋਂ ਆਪਣੇ ਆਪ ਨੂੰ ਰੋਕ ਲੈਣਾ, ਅਵਗੁਣਾਂ ਵੱਲੋਂ ਸੁਚੇਤ ਆ ਜਾਣਾ, ਜਾਗਣਾ ਕਹਿਲਾਂਦਾ ਹੈ। ਸੁਬਹ 5 ਵਜੇ ਉੱਠ ਜਾਣਾ ਜਾਗਣਾ ਨਹੀਂ ਕਹਿਲਾਂਦਾ ਹੈ। ਮੈਂ ਪਲੇਟ ਅੰਦਰ ਚੜ੍ਹਦਾ ਤਾਂ ਮੈਂ ਪਾਇਲਟਸ ਵਗੈਰਾ ਨੂੰ ਵੀ ਮਿਲਦਾ, ਏਅਰ ਹੋਸਟਸ ਵਗੈਰਾ ਨੂੰ ਮਿਲਦਾ, ਤਾਂ ਪਾਇਲਟ ਮੈਨੂੰ ਕਹਿੰਦਾ ਸਾਡੇ ਉੱਤੇ ਕਾਨੂੰਨ ਹੈ ਕਿ ਸ਼ਰਾਬ ਨਾ ਪੀਤੀ ਹੋਵੇ, ਸਾਡੇ ਉੱਤੇ ਕਾਨੂੰਨ ਹੈ ਕਿ ਪ੍ਰੋਪਰ 8 ਘੰਟੇ ਦੀ ਨੀਂਦਰ ਕੀਤੀ ਹੋਵੇ, ਸਾਡੇ ਅੰਦਰ ਕਾਨੂੰਨ ਹੈ ਕਿ ਵੀ ਤੂੰ ਚਲਾਉਂਦਾ ਚਲਾਉਂਦਾ ਸੋ ਨਾ ਜਾਏ, ਇਸ ਕਰਕੇ ਨਾਲ ਕੋ ਪਾਇਲਟ ਵੀ ਹੈ। ਪਰ ਇਹ ਗੱਲਾਂ ਤਾਂ ਉਹਨਾਂ ਦੇ ਸਰੀਰਕ ਤਲ 'ਤੇ ਨੇ। ਲੇਕਿਨ ਮੈਂ ਪਿੱਛੇ ਸੁਣਿਆ ਪਲੇਨ ਉੱਡ ਰਿਹਾ और 2 पायलट ਉਹਨੂੰ ਚਲਾ ਰਹੇ ਨੇ, ਪਾਇਲਟ ਔਰ ਕੋ ਪਾਇਲਟ, ਔਰ ਇਹ ਦੋਨੋਂ ਲੜ ਪਏ। ਹੁਣ ਵੀ ਤੇ ਪਲੇਨ ਟਹਿ ਪਏਗਾ। शरीरक नहीं सोया पर मन करके सो गया और इससे लड़ पड़ा। पीछे पता लगा एक पायलट ने शराब पीती हुई सी, नशा कर लिया। हुण जदों नशे च होएगा तां उहदे नशे विच दिमाग दियां नसां सो जाणगियां,
वो शरीरक तौर पे सोच दिखा रहा है मैं जाग रहा हूँ, मैं बड़ा चला सकता हूँ, लेकिन लोग मर जाएंगे, जहाज ढह पेगा। सारी गल है आत्मक शरीरक तौर तो अंदर जाके मन दे तल ते जीण दी, मन दे तल ते सौण जागण दी गल चल रही है। सो ये जिहड़ा मन है ना, इनू गुरबाणी विच कंत कहंदे ने, इनू गुरबाणी विच साईं कहंदे ने, इनू गुरबाणी विच हर कहंदे ने, इनू गुरबाणी विच हर प्रभ कहंदे ने, इनू बाणी विच हर जन कहंदे ने, इनू बाणी विच सिर दा साईं कहंदे ने, इनू गुरबाणी विच खसम कहंदे ने, इनू गुरबाणी विच पति कहंदे ने। जिस घर दा पति निकम्मा होवे, काम भी ना करे, गल गल ते लड़े भी और गल ना कड्डे, वो घर वाले सुखी नहीं रह सकते ना। वर्सिस ऑन द कॉन्ट्रेरी, जिस घर दा पति प्यार वाला होवे, सारिਆਂ ਨੂੰ जी करके बुलाए, सारिਆਂ ਨੂੰ प्यार करे, गुस्सा ना करे, वो भी तो पति है। पर उन्हें वरत्या कि रब्बी गुण। सो जदों साडा मन हरजन ऐसा चाहिए जैसा हारी होए, जदों मन निज घर चो रब्बी गुण लै लैंदा ना, डिवाइन इंटलैक्ट लै लैंदा ना, जो विवेक बुद्धि लै लैंदा है, वो क्वालिटीज़ लै लैंदा है, उस वेले मन अवगुणा वल्लों सो जाता है, गुणा वल्लों जाग पैंदा है। अवगुणा वाले साईं साहिब दे बदले रब्बी गुणा वाला साईं अते साहिब बन जाता है। इस शब्द के अंदर सुत्ती लफज आया है। सुत्ती कौन? सुत्ती स्त्री लिंग फैमिनिन जेंडर इच लफज है, स्त्री लिंग वाचक लफज है। सुत्ती है मत। कदों सो गई? जदों मन सो गया। लेकिन मन के जागण तो बाद भी ना जे उठे तो उस अवस्था की गल चल रही है। मन दे नाल मत नूं भी जगाना है। जे मत नहीं जागी, मैं इत्थे अज अपना प्रोग्राम नूं छोड़ांगा, कल असीं इत्थों रीकैप करांगे। जे जागी नहीं है मत, साडी मत, लफ्सी अर्थ पता की लिखे जाते हैं? जीव रूपी स्त्री। कोई समझ नहीं पाता जीव रूपी स्त्री की होंदा है। मर्द तो बिल्कुल ही अपने आप नाल टुका नहीं पाते ने, और बंदा बार बार पढ़ के जीव रूपी स्त्री पढ़ के समझ नहीं पाता मैनू की कह रहे हैं। सो जदों साडी मत जदों सुत्ती होंदी है तां साडी अवस्था की बनती है? पुलावड़े पुलावड़े पुल्ली पुलावड़े पुलावड़े पुल्ली पुल पुल पछोतानी पुल पुल पछोतानी पेर छोड़ अड़ी सुती पेर छोड़ अड़ी सुती पीर की सार न जानी 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 पीर छोड़ अड़ी सुती पीर की सार न जानी पीर की सार न जानी पुलावड़े पुलावड़े पुल्ली पुलावड़े पुलावड़े पुल्ली पुल पुल पछोतानी पुल
ਭੁੱਲ ਭੁੱਲ ਪਛੋਤਾ। ਇਹਦਾ ਮਤਲਬ ਜਦੋਂ ਮੇਰੀ ਮੱਤ ਸੁੱਤੀ ਹੈ ਨਾ, ਉਹਨੇ ਪਿਰ ਨੂੰ ਛੱਡਿਆ ਹੋਇਆ ਹੈ, ਰੱਬ ਜੀ ਨੂੰ ਵਿਸਾਰਿਆ ਹੋਇਆ ਹੈ, ਰੱਬ ਜੀ ਦੀ ਕੋਈ ਬਾਤ ਨਹੀਂ ਪੁੱਛਦੀ ਹੈ, ਰੱਬ ਜੀ ਨੂੰ ਯਾਦ ਨਹੀਂ ਰੱਖਦੀ ਹੈ। ਫਿਰ ਕੀ ਹੁੰਦਾ ਹੈ? ਪਿਰ ਛੋੜ ਜਿਹੜੀ ਸੁੱਤੀ। ਮੀਨਸ ਜੋ ਮੇਰਾ ਪਿਰ, ਪਿਰ ਮਤਲਬ ਰੱਬ ਜੀ, ਪਤੀ ਨੂੰ ਪਰਮੇਸ਼ਰ ਨਹੀਂ ਕਹਿੰਦੇ ਨੇ। ਇਹ ਗੁਰਬਾਣੀ ਚੋਂ ਅਸੀਂ ਸਮਝਣਾ, ਪਤੀ ਨੂੰ ਪਰਮੇਸ਼ਰ ਨਹੀਂ ਕਹਿੰਦੇ ਨੇ। ਪਤੀ ਇੱਕ ਦਿਨ ਮਰ ਜਾਏਗਾ। ਗੁਰਬਾਣੀ ਅਨੁਸਾਰ ਕੋਈ ਸਰੀਰਕ ਤੌਰ 'ਤੇ ਇਸਤਰੀ ਨੂੰ ਵਿਧਵਾ ਨਹੀਂ ਕਹਿੰਦੇ ਨੇ, ਕਿਉਂਕਿ ਉਹ ਅਕਾਲ ਪੁਰਖ ਇਟਰਨਲ ਗੋਡ ਪਤੀ ਨੂੰ ਮੰਨਦੀ ਹੈ ਪਤੀ, ਤਾਂ ਉਹ ਕਦੇ ਮਰਦਾ ਨਹੀਂ ਹੈ। ਇਸ ਕਰਕੇ ਗੁਰਮਤ ਅੰਦਰ ਵਿਧਵਾ ਕੌਨਸੈਪਟ ਨਹੀਂ ਹੈ, ਸਦਾ ਸੁਹਾਗਣ ਵਾਲਾ ਕੌਨਸੈਪਟ ਹੈ, ਔਰ ਇਸਤਰੀਆਂ ਵਾਸਤੇ ਨਹੀਂ, ਸਾਰਿਆਂ ਵਾਸਤੇ। ਸੋ ਜਦੋਂ ਪਿਰ ਛੋੜ ਅੜੀ ਸੁੱਤੀ ਪਿਰ ਕੀ ਸਾਰਨਾ ਜਾਣੀ ਦਾ ਮਤਲਬ ਹੈ ਜੋ ਮੇਰੇ ਰੱਬੀ ਗੁਣ ਨੇ, ਮੈਂ ਉਹਨਾਂ ਵੱਲੋਂ ਸੁੱਤੀ ਹੋਈਆਂ, ਉਹਨਾਂ ਨੂੰ ਮੈਂ ਵਿਸਾਰਿਆ ਹੋਇਆ। ਵਿਸਾਰਨ ਦੇ ਨਾਲ ਕੀ ਹੁੰਦਾ ਹੈ? ਭੁਲਾਵੜੇ ਭੁੱਲੀ ਭੁੱਲ ਭੁੱਲ ਪਛਤਾਣੀ। ਅਸੀਂ ਬਾਰ-ਬਾਰ ਅਵਗੁਣ ਕਰਕੇ ਭੁੱਲਦੇ ਹਾਂ, ਭੁੱਲ ਕੇ ਅਵਗੁਣ ਕਰਕੇ ਮੁੜ ਮੁੜ ਕੇ ਰਿਪੀਟ ਕਰਕੇ ਪਛਤਾਉਂਦੇ ਹਾਂ। ਇਹ ਅਵਸਥਾ ਬਣੀ ਅੱਜ ਨਾ ਸੁੱਤੀ ਕੰਤ ਸਿਓ। अगर मैं अपनी गलतियां रिपीट करता हूँ, अगर मैं बार बार लोगों से नफरत और वितकरा करता हूँ, अगर मैं बार बार ਜ਼ਬਾਨ ਨਾਲ ਭੈੜੇ ਬੋਲ ਬੋਲਦਾ ਹਾਂ, अगर मैं बार बार ਦੁਨਿਆਵੀ ਪਦਾਰਥਾਂ ਦੀ ਭੁੱਖ ਅੰਦਰ ਫਸਦਾ ਹਾਂ, अगर मैं बार बार ग्रुपबाजी और निंदा ਦੇ ਚੱਕਰ ਵਿੱਚ ਫਸਦਾ ਹਾਂ, ਤਾਂ ਮੇਰੀ ਮੱਤ, मेरे मन की मत ਸੁੱਤੀ ਹੋਈ ਹੈ। ਅੱਜ ਨਾ ਸੁੱਤੀ ਕੰਸਿਓ। ਕੱਲ ਅਸੀਂ ਇਸ ਨੂੰ ਇੱਥੋਂ ਗਾਇਨ ਕਰਕੇ ਵਿਚਾਰ ਅੱਗੇ ਟੋਰਾਂਗੇ।